ਯਕੂਬ ਦਾ ਆਮ ਖਤ ਉਹਦਾ ਅਧਿਆਇ 2 ਉਹਦੀ 14ਵੀਂ ਪੰਕਤੀ ਤੋਂ ਲੈ ਕੇ 26ਵੀਂ ਪੰਕਤੀ ਤੱਕ। ਈਮਾਨ ਤੇ ਅਮਾਲ। ਮੇਰੇ ਭਰਾਓ, ਜੇ ਕੋਈ ਆਖੇ ਭਈ ਮੈਂ ਇਮਾਨਦਾਰ ਹਾਂ ਪਰ ਅਮਲ ਨਾ ਕਰਦਾ ਹੋਏ ਤੇ ਕੀ ਫਾਇਦਾ ਹੈ? ਅਜਿਹਾ ਈਮਾਨ ਨੂੰ ਨਿਜਾਤ ਦੇ ਸਕਦਾ ਹੈ? ਜੇ ਕੋਈ ਭੈਣ ਭਰਾ ਨੰਗੇ ਹੋਣ ਤੇ ਉਹਨਾਂ ਨੂੰ ਰੋਜ਼ ਦੀ ਰੋਟੀ ਦਾ ਘਾਟਾ ਹੋਏ ਤੇ ਤੁਹਾਡੇ ਵਿੱਚੋਂ ਕੋਈ ਉਹਨਾਂ ਨੂੰ ਆਖੇ ਭਈ ਖੈਰ ਨਾਲ ਜਾਓ ਤੇ ਨਿੱਘੇ ਹੋ ਤੇ ਰੱਜੇ ਰਹੋ, ਪਰ ਜਿਹੜੀਆਂ ਸ਼ੈਵਾਂ ਜਿਸਮ ਨੂੰ ਲੋੜਦੀਆਂ ਨੇ ਉਹਨਾਂ ਨੂੰ ਨਾ ਦਿਓ ਤੇ ਕੀ ਫਾਇਦਾ ਹੈ? ਇਸੇ ਤਰ੍ਹਾਂ ਈਮਾਨ ਵੀ ਜੇ ਉਹਦੇ ਨਾਲ ਅਮਲ ਨਾ ਹੋਣ ਤੇ ਆਪਣੇ ਆਪ ਵਿੱਚ ਮੁੱਕਦਾ ਹੈ। ਸਗੋਂ ਕੋਈ ਆਖ ਸਕਦਾ ਹੈ ਭਈ ਤੂੰ ਈਮਾਨ ਵਾਲਾ ਹੈ ਤੇ ਮੈਂ ਅਮਲਾਂ ਵਾਲਾ, ਤੂੰ ਆਪਣਾ ਈਮਾਨ ਅਮਲਾਂ ਨਾਲ ਮੈਨੂੰ ਵਿਖਾ ਤੇ ਮੈਂ ਆਪਣਾ ਈਮਾਨ ਅਮਲਾਂ ਨਾਲ ਤੈਨੂੰ ਵਿਖਾਣਾ। ਤੂੰ ਇਸ ਗੱਲ ਉਤੇ ਈਮਾਨ ਰੱਖਣਾ ਹੈ ਭਈ ਖੁਦਾ ਇੱਕੋ ਹੈ, ਖੈਰ ਚੰਗਾ ਕਰਦਾ ਹੈ। ਸ਼ੈਤਾਨ ਵੀ ਈਮਾਨ ਰੱਖਦੇ ਤੇ ਕੰਮਦੇ ਨੇ, ਪਰ ਇਹ ਨਿਕੰਮੇ ਬੰਦੇ ਤੂੰ ਇਹ ਵੀ ਨਹੀਂ ਜਾਣਦਾ ਭਈ ਈਮਾਨ ਵੀ ਅਮਲਾਂ ਕਿਸੇ ਕੰਮ ਦਾ ਨਹੀਂ। ਜਦੋਂ ਸਾਡੇ ਪਿਓ ਇਬਰਾਹਿਮ ਆਪਣੇ ਪੁੱਤਰ ਇਜ਼ਹਾਕ ਨੂੰ ਕੁਰਬਾਨਗਾਹ ਉੱਤੇ ਕੁਰਬਾਨ ਕੀਤਾ ਤੇ ਉਹ ਅਮਲਾਂ ਦੇ ਸਬਬ ਰਾਸਤਬਾਜ਼ਾ ਹੋਇਆ। ਸੋ ਤੂੰ ਵੇਖ ਰਿਹਾ ਹੈ ਭਈ ਈਮਾਨ ਉਹਦੀਆਂ ਅਮਲਾਂ ਨਾਲ ਮਿਲ ਕੇ ਅਸਰ ਕੀਤਾ ਤੇ ਅਮਲਾਂ ਦੇ ਸਬਬ ਈਮਾਨ ਪੂਰਾ ਹੋਇਆ। ਤੇ ਇਹ ਰਿਸ਼ਤਾ ਪੂਰਾ ਹੋਇਆ ਭਈ ਇਬਰਾਹਿਮ ਖੁਦਾ ਉੱਤੇ ਈਮਾਨ ਲਿਆਇਆ ਤੇ ਇਹ ਉਹਦੇ ਵਾਸਤੇ ਰਾਸਤਬਾਜ਼ੀ ਬਣ ਗਈ ਤੇ ਉਹ ਖੁਦਾ ਦਾ ਦੋਸਤ ਅਖਵਾਇਆ। ਸੋ ਤੁਸੀਂ ਇਹ ਵੇਖ ਲਿਆ ਹੈ ਭਈ ਬੰਦਾ ਮੇਰਾ ਈਮਾਨ ਨਾਲ ਹੀ ਨਹੀਂ ਸਗੋਂ ਅਮਲਾਂ ਨਾਲ ਰਾਸਤਬਾਜ਼ ਹੁੰਦਾ ਹੈ। ਇਸੇ ਤਰ੍ਹਾਂ ਰਾਹ ਕਸਬੀ ਵੀ ਜਦ ਉਸ ਕਾਸਦਾ ਨੂੰ ਆਪਣੇ ਘਰ ਵਿੱਚ ਰੱਖਿਆ ਤੇ ਦੂਜੇ ਰਾਹ ਵਿਦਾ ਕੀਤਾ ਤੇ ਉਹ ਅਮਲਾਂ ਦੇ ਸਬਬ ਰਾਸਤਬਾਜ਼ ਨਾ ਬਣੀ। ਸੋ ਜਿਵੇਂ ਜਿਸਮ ਰੂਹ ਬਿਨਾ ਮੋਇਆ ਹੋਇਆ ਹੈ, ਇਸੇ ਤਰ੍ਹਾਂ ਈਮਾਨ ਵੀ ਅਮਲਾਂ ਬਿਨਾ ਮੋਇਆ ਹੋਇਆ ਹੈ। ਆਮੀਨ।